कि रविदास महाराज जी नूं गुरु कह के संबोधित किया जाए, भगत कह के संबोधित किया जाए, ਜਾਂ फिर कुछ होर कहा जाए, संत कहा जाए? ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਹੈ ਹੀ ਨਹੀਂ ਸਨ, ਉਹ ਸਮੁੱਚੀ ਮਾਨਵਤਾ ਦੇ ਸਨ। रविदास महाराज जी तस्वीर जी सब तो वध प्रचलित, उन्होंने हथ दे विच माला है, मत्थे ते तिलक है, वो तस्वीर कितनी कुछ ऑथेंटिक है? की गुरु रविदास जी की गुरु नानक देव जी नाल कोई मुलाकात हुई? ਜੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਮਤਲਬ ਕਿ ਨਤਮਸਤਕ ਹੋਣ ਦਾ ਕੋਈ ਲਾਭ ਨਹੀਂ ਹੈਗਾ। ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿ ਕਿਸੇ ਦਾ ਦਿਲ ਦੁਖਾਉਣ ਵਾਲਾ ਹੋਵੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਉਹ ਗੁਰੂ ਦੀ ਪਦਵੀ ਰੱਖਦਾ ਹੈ। ਪੜ੍ਹੀਆ ਗੁਣੀਆਂ ਨਾਮ ਸਭ ਸੁਣੀਆਂ, ਅਨਭਵ ਭਾਵ ਨਾ ਦਰਸਾ। ਹਾਂਜੀ, ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜ੍ਹੇ ਵੀ ਸਨ, ਗੁਣੇ ਹੋਏ ਵੀ ਸਨ। ਕਿ ਸੰਸਾਰ ਭਰ ਦੇ ਵਿੱਚ ਜਿੰਨੇ ਲੜਾਈ ਝਗੜੇ ਹੋ ਰਹੇ ਨੇ, ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਝਦਾ ਸਮਾਧਾਨ ਮਿਲ ਸਕਦਾ ਤਾਂ ਉਹ ਬੇਗਮਪੁਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰਦਾਸ ਜੀ ਮਹਾਰਾਜ ਵੱਲੋਂ, ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ। ਜੇ ਇਹਨੂੰ ਮਤਲਬ ਠੀਕ ਪ੍ਰਸੰਗ ਵਿੱਚ ਪਹਿਲਾਂ ਤਾਂ ਆਪ ਸਮਝੋ ਕਿ ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਬ ਕਿ ਉਹਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਮੰਨਦੇ ਨਹੀਂ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਆਪਣੇ ਗੁਰੂਆਂ ਦੀ ਬਾਣੀ ਤੋਂ ਜੀਵਨ ਜਾਚ ਸਿੱਖਦੇ ਹਾਂ। ਗੁਰੂਆਂ ਦੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਚੰਗਾ ਜੀਵਨ ਕਿਵੇਂ ਜੀਵਿਆ ਜਾਵੇ, ਤਾਂ ਉਹਨਾਂ ਗੁਰੂਆਂ ਬਾਰੇ ਵੀ ਸਾਨੂੰ ਜ਼ਰੂਰ ਜਾਣਨਾ ਚਾਹੀਦਾ। ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਅੱਜ ਆਪਾਂ ਉਹਨਾਂ ਬਾਰੇ, ਉਹਨਾਂ ਦੀਆਂ ਰਚਨਾਵਾਂ ਬਾਰੇ, ਕੁਝ ਉਹਨਾਂ ਬਾਰੇ ਜੋ ਧਾਰਨਾਵਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਰਹਿਣਗੇ ਪ੍ਰੋਫੈਸਰ ਜਸਵੀਰ ਸਿੰਘ ਸਾਬਰ ਜੀ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ ਔਰ ਫਾਊਂਡਰ ਚੇਅਰਮੈਨ ਵੀ ਨੇ ਗੁਰੂ ਰਵਿਦਾਸ ਚੇਅਰ ਜੀ ਦੇ। ਸਰ ਸਵਾਗਤ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਤੁਸੀਂ ਇਹ ਉਦਮ ਕੀਤਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਤੇ ਦਰਸ਼ਨ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਜਿਹੜਾ ਕੀਤਾ, ਮੈਂ ਇਸ ਕਰਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੁਸੀਂ ਗੁਰੂ ਰਵਿਦਾਸ ਜੀ ਬਾਰੇ ਕਾਫੀ ਰਿਸਰਚ ਕੀਤੀ ਹੈ ਜੀ, 5 ਕਿਤਾਬਾਂ ਵੀ ਲਿਖ ਚੁੱਕੇ ਹੋ। ਹਾਂਜੀ। ਸਿੱਖ ਜਗਤ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਜੀ ਕਈ ਵਾਰ ਕਿ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਿ ਕੇ ਸੰਬੋਧਿਤ ਕੀਤਾ ਜਾਵੇ, ਭਗਤ ਕਹਿ ਕੇ ਸੰਬੋਧਿਤ ਕੀਤਾ ਜਾਵੇ, ਜਾਂ ਫਿਰ ਕੁਝ ਹੋਰ ਕਿਹਾ ਜਾਵੇ, ਸੰਤ ਕਿਹਾ ਜਾਵੇ। ਤੁਹਾਡਾ ਇਹ 'ਤੇ ਕੀ ਮੰਨਣਾ ਹੈ? ਦੇਖੋ, ਇਹ ਜਿਹੜਾ ਹੈ ਨਾ ਸਵਾਲ ਹੈਗਾ, ਮੈਂ ਸਮਝਦਾ ਕਿ ਬਹੁਤ ਹੀ ਬੇਲੋੜਾ ਹੈ। ਐਕਚੁਅਲੀ ਇਹ ਸਾਡੀ ਸੋਚ ਦਾ ਜਿਹੜਾ ਇੱਕ ਪ੍ਰਤੀਕਰਮ ਹੈ ਕਿ ਕੁਝ ਲੋਕਾਂ ਦਾ ਇਹ ਖਿਆਲ ਆ ਕਿ ਗੁਰਦਾਸ ਜੀ ਮਹਾਰਾਜ ਨੂੰ ਜੇਕਰ ਗੁਰੂ ਕਹਾਂਗੇ ਤਾਂ ਉਹ ਬਹੁਤ ਮਹਾਨ ਹੋਣ ਨੇ, ਤੇ ਕੁਛ ਇਹ ਕਹਿੰਦੇ ਨਹੀਂ, ਕਿਉਂਕਿ ਉਸ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਪ੍ਰਚਲਿਤ ਸੀ ਉਹ ਭਗਤ ਸੀਗਾ। ਇਸ ਕਰਕੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਬਤੌਰ ਭਗਤ ਜੀ ਸੰਬੋਧਨ ਕੀਤਾ। ਪਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੰਨੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਸ਼ਬਦ ਨੇ, ਉੱਥੇ ਉਹਨਾਂ ਨੂੰ ਸੰਬੋਧਨ ਭਗਤ ਰਵਿਦਾਸ ਜੀ ਕਰਕੇ ਕੀਤਾ ਗਿਆ। ਹਾਂਜੀ, ਸਿੱਧਾ ਨਹੀਂ ਕੀਤਾ ਉਹਨਾਂ ਨੇ, ਭਗਤ ਰਵਿਦਾਸ ਜੀ ਕਿਹਾ, ਪੂਰਾ ਮਤਲਬ ਕਿ ਮਾਨ ਸਤਿਕਾਰ ਦਿੱਤਾ ਹੈ। ਭਗਤ ਰਵਿਦਾਸ ਜੀ ਕਿਹਾ। ਹਾਂਜੀ, ਭਗਤ ਰਵਿਦਾਸ ਜੀ ਕਿਹਾ ਹੋਇਆ। ਇਸੇ ਤਰ੍ਹਾਂ ਹੀ ਮਤਲਬ ਕਿ ਜਿਹੜੇ ਲੋਕੀ ਮਤਲਬ ਕਿ ਇਹਨਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਨੇ, ਉਹ ਵੀ ਮਤਲਬ ਕਿ ਉਹਨਾਂ ਦੀ ਭਾਵਨਾ ਕੋਈ ਮਾੜੀ ਨਹੀਂ ਹੈਗੀ। ਸਭ ਤੋਂ ਵੱਡੀ ਚੀਜ਼ ਤਾਂ ਇਹਦੇ 'ਚ ਇਹ ਦੇਖਣ ਵਾਲੀ ਹੈ ਕਿ ਜਿਹੜੇ ਲੋਕੀ ਬਤੌਰ ਗੁਰੂ ਇਹਨਾਂ ਨੂੰ ਸੰਬੋਧਨ ਕਰਦੇ ਨੇ, ਬਤੌਰ ਭਗਤ ਸੰਬੋਧਨ ਕਰਦੇ ਨੇ, ਬਤੌਰ ਸੰਤ ਸੰਬੋਧਨ ਕਰਦੇ ਨੇ, ਕਿ ਉਹਨਾਂ ਦੀ ਭਾਵਨਾ ਜਿਹੜੀ ਹੈਗੀ ਹੈ ਉਹਦੇ 'ਚ ਕੋਈ ਫਰਕ ਤਾਂ ਨਹੀਂ। ਜੇਕਰ ਉਹਨਾਂ ਦੀ ਭਾਵਨਾ ਉੱਚੀ ਸੁੱਚੀ ਹੈ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਗੁਰੂ ਕਹਿਣਾ ਵੀ ਉਨਾ ਹੀ ਸਤਿਕਾਰ ਹੈਗਾ, ਭਗਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਿਕਾਰ ਹੈ, ਸੰਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਿਕਾਰ ਹੈ। ਉਹਨਾਂ ਦੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਖੁਦ ਭਗਤ ਸ਼ਬਦ ਨੂੰ ਬਹੁਤ ਹੀ ਸਰਬੋਤਮ ਕਿਹਾ ਹੈਗਾ। ਸੋ ਇਸ ਕਰਕੇ ਜੇ ਉਹਨਾਂ ਨੂੰ ਸ਼ਰਧਾ ਪੂਰਵਕ ਜਿਹੜੇ ਵੀ ਮਤਲਬ ਕਿ ਉਹਨਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਆ, ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ, ਉਹਨਾਂ ਨੂੰ ਕਰਨ ਦੇਣਾ ਚਾਹੀਦਾ, ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ। ਜੀ, ਜਿਵੇਂ ਤੁਸੀਂ ਭਾਵਨਾ ਦੀ ਗੱਲ ਕੀਤੀ ਹੈ, ਦਰਅਸਲ ਜਿਨ੍ਹਾਂ ਲੋਕਾਂ ਲਈ ਗੁਰੂ ਰਵਿਦਾਸ ਜੀ ਲੜੇ, ਜਿਨ੍ਹਾਂ ਨੂੰ ਸੋ ਕਾਲਡ ਲੋ ਕਾਸਟ ਕਹਿ ਦਿੰਦੇ ਆ, ਤਾਂ ਉਹਨਾਂ ਦਾ ਇਤਰਾਜ਼ ਹੁੰਦਾ ਕਿ ਇਹਦੇ ਵਿੱਚ ਕਾਸਟਿਜ਼ਮ ਛੁਪਿਆ ਹੋਇਆ, ਵੀ ਇਸ ਕਰਕੇ ਨਹੀਂ ਗੁਰੂ ਕਹਿ ਕੇ ਸੰਬੋਧਿਤ ਕੀਤਾ ਜਾਂਦਾ। ਬਿਲਕੁਲ, ਜਿਹੜੀ ਉਹਨਾਂ ਦੀ ਸੋਚ ਹੈਗੀ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਕਿਉਂਕਿ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਨੂੰ ਮਤਲਬ ਕਿ ਪੜ੍ਹਦੇ ਆ, ਪੜ੍ਹਾਉਂਦੇ ਆ, ਮੈਨੂੰ ਤਕਰੀਬਨ ਕੋਈ ਅੱਧੀ ਸਦੀ ਹੋ ਚੁੱਕੀ ਹੈ ਜੀ।
ਗੁਰੂ ਰਵਿਦਾਸ ਜੀ ਮਹਾਰਾਜ ਦੀ ਸਮੁੱਚੀ ਬਾਣੀ ਵਿੱਚ ਕਿਸੇ ਵੀ ਵਰਗ ਨੂੰ ਨਾ ਵਡਿਆਇਆ ਗਿਆ ਨਾ ਛੁਟਾਇਆ ਗਿਆ। ਉਹਨਾਂ ਦੀ ਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਹੈਗਾ ਉਹ ਸਮੁੱਚੀ ਮਤਲਬ ਜਿਹੜੀ ਹੈਗੀ ਆ ਸੰਸਾਰ ਦੀ ਮਾਨਵਤਾ ਉਹਨੂੰ ਸੰਬੋਧਿਤ ਹੈਗਾ। ਜਦੋਂ ਕਿ ਉਹ ਇਹ ਗੱਲ ਕਹਿੰਦੇ ਨੇ ਸਰਬੇ ਏਕ ਅਨੇਕਾ ਸੁਆਮੀ, ਸਭ ਘਟ ਭੋਗਵੈ ਸੋਈ, ਤਾਂ ਫਿਰ ਉੱਥੇ ਕਿਸੇ ਕਿਸਮ ਦੀ ਕੋਈ ਜਾਤ ਪਾਤ ਨਹੀਂ ਰਹਿੰਦੀ, ਬਲਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਤਾਂ ਸਾਰਾ ਜਿਹੜਾ ਸੰਘਰਸ਼ ਹੈ ਉਹ ਜਾਤ ਪਾਤ ਦੇ ਖਿਲਾਫ ਹੈ। ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਹੈ ਹੀ ਨਹੀਂ ਸਨ, ਉਹ ਸਮੁੱਚੀ ਮਾਨਵਤਾ ਦੇ ਸਨ ਔਰ ਸਾਰੀ ਮਾਨਵਤਾ ਉਹਨਾਂ ਨੂੰ ਪਿਆਰ ਕਰਦੀ ਹੈ। ਇਸੇ ਕਰਕੇ ਮਤਲਬ ਕਿ ਭਾਵੇਂ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ, ਪਰ ਜਿਸ ਵੇਲੇ ਉਹਨਾਂ ਨੂੰ ਨਤਮਸਤਕ ਹੁੰਦੇ ਆ, ਉਹ ਨਮਸਕਾਰ ਕਰਦੇ ਨੇ, ਕੋਈ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਅਸੀਂ ਭਗਤ ਕਰਕੇ ਸੰਬੋਧਨ ਨਤਮਸਤਕ ਹੋ ਰਹੇ ਆ ਜਾਂ ਗੁਰੂ ਕਰਕੇ ਹੋ ਰਹੇ ਆ। ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਉਹ ਗੁਰੂ ਦੀ ਪਦਵੀ ਰੱਖਦਾ ਜੀ। ਇਸ ਕਰਕੇ ਸਾਰੇ ਗੁਰੂ ਕਰਕੇ ਉੱਥੇ ਜਿਹੜੇ ਸਤਿਕਾਰੇ ਜਾਂਦੇ ਨੇ। ਉਹਨਾਂ ਦੇ ਜਨਮ ਨੂੰ ਲੈ ਕੇ ਵੀ ਕਈ ਵਾਰ ਵਿਵਾਦ ਹੁੰਦਾ ਜੀ, ਕਈ ਵਾਰ ਡੇਟਸ ਦੇ ਵੱਖਰੇ ਵੀ ਆ ਜਾਂਦੇ ਆ। ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਹੋਇਆ? ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਇਸ ਵੇਲੇ ਜਨਮ ਜਿਹੜਾ ਦਿਨ ਜਿਹੜਾ ਹੈਗਾ ਉਹ ਸਮੁੱਚੇ ਸੰਸਾਰ ਵਿੱਚ ਜੋ ਸਰਬ ਪ੍ਰਵਾਨਿਤ ਹੈਗਾ, ਉਹ ਜਿਹੜੇ ਆਪਣਾ ਕਰਮਦਾਸ ਦੀ ਜਿਹੜੀ ਆਪਣਾ ਇੱਕ ਪੰਕਤੀ ਹੈਗੀ ਹੈ ਕਿ ਮਾਘ ਸੁਦੀ ਪੰਜਵੀਂ 1433 ਜਿਹੜੀ ਹੈਗੀ ਹੈ ਪੁੰਨਿਆ ਦੇ ਦਿਨ ਵਾਲੀ ਜਿਹੜੀ ਹੈਗੀ ਹੈ, ਉਹਨੂੰ ਮਤਲਬ ਕਿ ਸਨਮੁਖ ਰੱਖਦਿਆਂ ਹੋਇਆ ਮੈਂ ਮਤਲਬ ਕਿ ਤਕਰੀਬਨ ਸਾਰੇ ਮਤਲਬ ਜਿਹੜੇ ਇਹ ਦਿਨ ਜਿਹੜੇ ਉਹਨਾਂ ਦੇ ਕਈ 1470 ਉਹਨਾਂ ਦੇ ਮੰਨਦੇ ਹੈਗੇ ਆ ਤੇ ਕਈ ਮਤਲਬ 1416 ਮੰਨਦੇ ਆ। ਪਰ ਇਹਨਾਂ ਜਦੋਂ ਅਸੀਂ ਸਾਇੰਟੀਫਿਕਲੀ ਮਤਲਬ ਜਿਹੜਾ ਹੈਗਾ ਉਸ ਵੇਲੇ ਦਾ ਕਾਨੂੰ ਪਹਿਲੇ ਦਾ ਕੈਲੰਡਰ ਹੈਗਾ ਜਿਹਦੇ 'ਚ ਸੰਮਤ ਸੁਦੀ ਵਦੀ ਸਾਰਾ ਕੁਝ ਦਿੱਤਾ ਹੋਇਆ, ਜਦੋਂ ਉਹਦੇ ਨਾਲ ਟੈਲੀ ਅਸੀਂ ਕਰਦੇ ਹਾਂ ਤਾਂ ਗੁਰੂ ਰਵਿਦਾਸ ਜੀ ਮਹਾਰਾਜ ਜਿਹੜੇ ਦੋ ਚੀਜ਼ਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਹੈ ਉਹਨਾਂ ਦੇ ਜਨਮ ਦਿਨ ਬਾਰੇ। ਇੱਕ ਤਾਂ ਇਹ ਕਿ ਉਹਨਾਂ ਦਾ ਜਿਹੜਾ ਪੈਦਾਇਸ਼ ਹੈਗੀ ਹੈ ਉਹ ਬਨਾਰਸ ਦੀ ਹੈ। ਨੰਬਰ 2, ਉਹਨਾਂ ਦੀ ਪੈਦਾਇਸ਼ ਦਾ ਜਿਹੜਾ ਦਿਨ ਸੀਗਾ ਉਹ ਸੁਦੀ ਵਦੀ ਦੇ ਹਿਸਾਬ ਨਾਲ ਪੂਰਨਮਾਸ਼ੀ ਸੀ। ਸੋ ਪੂਰਨਮਾਸ਼ੀ ਤੇ ਜਿਹੜੇ ਬਨਾਰਸ, ਇਹ ਦੋ ਅਜਿਹੇ ਤੱਥ ਨੇ ਜੋ ਉਹਨਾਂ ਨੂੰ 1433 ਵਿੱਚ ਪ੍ਰਕਾਸ਼ ਉਹਨਾਂ ਦਾ ਜਿਹੜਾ ਹੈਗਾ ਉਹ ਸਾਬਤ ਕਰਦੇ ਨੇ। ਸੋ ਇਹ ਹਿਸਾਬ ਨਾਲ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਵਸ ਹੈਗਾ, ਮੈਂ ਇਹਨਾਂ ਨੂੰ ਮਤਲਬ ਜਨਮ ਦਿਨ ਨਹੀਂ ਕਹਿੰਦਾ, ਮੈਂ ਇਹਨਾਂ ਪ੍ਰਕਾਸ਼ ਦਿਵਸ ਕਹਿੰਦਾ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਆ ਇਹ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਪ੍ਰਕਾਸ਼ ਦਿੰਦੇ ਨੇ, ਰੋਸ਼ਨੀ ਦਿੰਦੇ ਨੇ, ਔਰ ਰੋਸ਼ਨੀ ਕਦੇ ਵੀ ਜਿਹੜੀ ਹੈਗੀ ਹੈ ਉਹ ਡਿਮ ਨਹੀਂ ਹੁੰਦੀ। ਉਹਨਾਂ ਦੀ ਰੋਸ਼ਨੀ ਅੱਜ ਵੀ ਉਸੇ ਤਰ੍ਹਾਂ ਉਜਾਗਰ ਹੈ ਜਿਸ ਤਰ੍ਹਾਂ ਕਿ 1433 ਵਿੱਚ ਸੀਗੀ। ਇਸ ਕਰਕੇ ਉਹਨਾਂ ਦਾ ਜਿਹੜਾ ਜਨਮ ਦਿਨ ਹੈਗਾ ਉਹ ਬਨਾਰਸ ਵਿੱਚ, ਔਰ ਉਹ ਵੀ ਉਹ ਸਥਾਨ ਜਿਹੜਾ ਕਿ ਸ਼੍ਰੀ ਗੁਰਵਰਧਨਪੁਰ ਹੈਗਾ, ਉੱਥੇ ਮੇਰਾ ਝਗੜਾ ਹੈਗਾ ਵੀ ਉਹ ਸ਼੍ਰੀ ਗੁਰਵਰਧਨਪੁਰ ਉਹਨਾਂ ਦਾ ਜਿਹੜਾ ਹੈਗਾ ਜਨਮ ਹੋਇਆ ਜਾਂ ਕਿਤੇ ਹੋਰ ਹੋਇਆ। ਪਰ ਜੇ ਅਸੀਂ ਉਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖੀਏ ਤਾਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਵਸ ਹੈਗਾ ਉਹ ਉਹਨਾਂ ਦਾ ਸ਼੍ਰੀ ਗੁਰਵਰਧਨਪੁਰ 'ਚ ਹੁੰਦਾ 1433 ਈਸਵੀ ਨੂੰ, ਜੋ ਕਿ ਮਤਲਬ ਕਿ 1377 ਈਸਵੀ ਬਣਦਾ। ਵੈਸੇ ਤਾਂ ਕਈ ਥਾਵਾਂ ਤੇ ਬਹੁਤ ਕਲੀਅਰਲੀ ਇਹ ਮੈਂਸ਼ਨ ਉਹ ਖੁਦ ਵੀ ਇਦਾਂ ਲਿਖਦੇ ਨੇ ਕਿ ਉਹ ਇਸ ਜਾਤ ਨਾਲ ਸੰਬੰਧਿਤ ਸੀਗੇ। ਮੈਂ ਕਹਿਣਾ ਨਹੀਂ ਚਾਹੂੰਗਾ ਸ਼ਬਦ, ਪਰ ਕਈ ਵਾਰੀ ਕੁਝ ਲੋਕ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਪੜ੍ਹਨ ਲਿਖਣ ਦੀ ਇਜਾਜ਼ਤ ਨਹੀਂ ਸੀਗੀ ਸ਼ੂਦਰਾਂ ਨੂੰ, ਤਾਂ ਫਿਰ ਉਹ ਬ੍ਰਾਹਮਣ ਸਨ ਜਾਂ ਫਿਰ ਕਿਸ ਜਾਤ ਨਾਲ ਸੰਬੰਧਿਤ ਸਨ? ਇਹਦੇ ਬਾਰੇ ਖੋਜ ਕੀ ਕਹਿੰਦੀ ਹੈ? ਨਹੀਂ ਦੇਖੋ, ਜਿਹੜੀ ਇਹ ਗੱਲ ਹੈਗੀ ਨਾ, ਜਿਹੜੇ ਮਹਾਂਪੁਰਸ਼ ਨੇ ਇਹਨਾਂ ਨੂੰ ਜਿਹੜੀ ਹੁੰਦੀ ਹੈ ਰੱਬੀ ਇਲਹਾਮ ਹੁੰਦਾ, ਇਹਨਾਂ ਨੂੰ ਮਤਲਬ ਕਿ ਕਿਸੇ ਕਿਸਮ ਦੀ ਜਿਹੜੀ ਦੁਨਿਆਵੀ ਜਿਹੜੀ ਹੈਗੀ ਹੈ ਉਹ ਮਤਲਬ ਉਸ ਤਰ੍ਹਾਂ ਦੀ ਜਿਹੜਾ ਲਿਖਣ ਪੜ੍ਹਨ ਦੀ ਲੋੜ ਨਹੀਂ ਹੁੰਦੀ ਹੈਗੀ। ਤੇ ਜੇ ਇਹ ਸਾਨੂੰ ਗੁਰਦਾਸ ਜੀ ਬਾਣੀ ਦੇ ਵਿੱਚੋਂ ਇਸ ਤੇ ਤੱਥ ਮਿਲਦੇ ਨੇ ਕਿ ਗੁਰਦਾਸ ਮਹਾਰਾਜ ਜੀ ਬਕਾਇਦਾ ਪੜ੍ਹੇ ਲਿਖੇ ਸਨ ਜੀ, ਕਿਉਂਕਿ ਉਹਨਾਂ ਨੇ ਜੇ ਉਹ ਪੜ੍ਹੇ ਲਿਖੇ ਨਾ ਹੁੰਦੇ ਤਾਂ ਉਹ ਅੱਖਰ ਦੀ ਗੱਲ ਨਹੀਂ ਸੀ ਕਰਦੇ ਉਹਨਾਂ ਨੇ। ਹਾਂਜੀ, ਜਿਹੜੇ ਉਹਨਾਂ ਨੇ ਮਤਲਬ ਕਿ ਬਾਣੀ ਲਿਖੀ ਹੋਈ ਆ, ਉਹਨਾਂ ਨੇ ਬਾਣੀ ਦਾ ਮਤਲਬ ਕਿ ਜਿਹੜਾ ਸ਼ਬਦ ਕਿਹਾ ਹੋਇਆ, ਫਿਰ ਇੱਥੋਂ ਤੱਕ ਉਹਨਾਂ ਕਿਹਾ ਪੜ੍ਹੀਆ ਗੁਣੀਆਂ ਨਾਮ ਸਭ ਸੁਣੀਆਂ ਅਨਭਉ ਭਉ ਨਾ ਦਰਸੈ। ਹਾਂਜੀ, ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜ੍ਹੇ ਵੀ ਸਨ, ਗੁਣੇ ਹੋਏ ਵੀ ਸਨ। ਸੋ ਉਹ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਨੇ ਜਿਹੜੀ ਬਾਣੀ ਆਪਣੀ ਜਿਹੜੀ ਸੀਗੀ ਉਹ ਰਚੀ ਸੀਗੀ, ਜਿਹੜੇ ਕਿ ਮਤਲਬ ਕਿ ਸਾਨੂੰ ਉਹਨਾਂ ਦੇ ਸਮਕਾਲ ਦਾ ਤਾਂ ਕੋਈ ਮੈਨੂਸਕ੍ਰਿਪਟ ਨਹੀਂ ਮਿਲਦਾ ਜਿੱਥੋਂ ਕਿ ਉਹਨਾਂ ਦੀ ਹੱਥ ਲਿਖਤ ਹੈਗੀ ਹੈ, ਪਰ ਉਹਨਾਂ ਦੇ ਮਤਲਬ ਕਿ ਤਤਕਾਲ ਜਿਹੜੇ ਕੁਝ ਸਮੇਂ ਦੇ ਬਾਅਦ ਦੇ ਸਾਨੂੰ ਮੈਨੂਸਕ੍ਰਿਪਟ ਐਸੇ ਮਿਲਦੇ ਨੇ ਜਿੱਥੇ ਕਿ ਉਹਨਾਂ ਦੇ ਜੇ ਨਾਂ ਦੇ ਉੱਤੇ ਸਾਨੂੰ ਉਹ ਜਿਹੜੀ ਬਾਣੀ ਜਿਹੜੀ ਰਚੀ ਹੋਈ ਪ੍ਰਾਪਤ ਹੋ ਜਾਂਦੀ ਹੈ। ਜੀ ਜੀ, ਮੈਂ ਆਪਣੀ ਕਿਤਾਬ ਦੇ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਛਾਪੀ ਹੈ ਉਹਦੇ ਵਿੱਚ ਉਹਨਾਂ ਦਾ ਸਭ ਤੋਂ ਜਿਹੜਾ ਪੁਰਾਣਾ ਜਿਹੜਾ ਮੈਨੂਸਕ੍ਰਿਪਟ ਹੈਗਾ ਸਾਨੂੰ ਮਿਲਦਾ 1636 ਈਸਵੀ ਦਾ, ਉਹ ਜਿਹੜਾ ਉਹਦੇ 'ਚ ਪੂਰਾ ਟੈਕਸਟ ਦਿੱਤਾ ਹੋਇਆ, ਜਿੱਥੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਿਹੜੀ ਬਾਣੀ ਸੀਗੀ ਉਹ ਜਿਹੜੀ ਕੰਠ ਮੁਕਤ ਵਿੱਚ ਲੋਕਾਂ 'ਚ ਪ੍ਰਚਲਿਤ ਸੀ। ਤੇ ਇਸੇ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ
ਜਦੋਂ ਅਸੀਂ ਮਤਲਬ ਕਿ ਜਨਮ ਸਾਖੀ ਪੜ੍ਹਦੇ ਹਾਂ ਮਿਹਰਬਾਨ ਦੀ, ਉਹਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਭਾਈ ਮਰਦਾਨਾ ਜਿਹੜਾ ਉਹ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਿਹੜੇ ਹੈਗੇ ਆ ਉਹ ਸ਼ਬਦ ਗਾਇਨ ਕਰਦਾ ਹੋਇਆ ਸਾਨੂੰ ਦਰਸਾਇਆ ਗਿਆ ਹੈ। ਮਤਲਬ ਕਿ ਇਹ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਗੁਰਦਾਸ ਮਹਾਰਾਜ ਦੀ ਬਾਣੀ ਜਿਹੜੀ ਸੀਗੀ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਲੋਕ ਚੇਤਨਾ 'ਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ ਔਰ ਲੋਕੀ ਇਹਨੂੰ ਪੜ੍ਹਦੇ ਸਨ, ਸੁਣਦੇ ਸਨ। ਕੀ ਗੁਰੂ ਰਵਿਦਾਸ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਕੋਈ ਮੁਲਾਕਾਤ ਹੋਈ? ਇਹ ਬਿਲਕੁਲ ਸੰਭਵ ਹੈਗੀ, ਕਿਉਂਕਿ ਜਿਹੜਾ ਗੁਰਦਾਸ ਜੀ ਮਹਾਰਾਜ ਦਾ ਜਿਹੜਾ ਆਪਣਾ ਕਾਲ ਹੈਗਾ ਉਹਨਾਂ ਦਾ ਜੀਵਨ ਕਾਲ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਕਾਲ ਹੈਗਾ ਉਹ ਤਕਰੀਬਨ ਸਮਕਾਲੀ ਹੈ। ਗੁਰੂ ਰਵਿਦਾਸ ਜੀ ਮਹਾਰਾਜ ਜਿਸ ਵੇਲੇ ਮਤਲਬ ਕਿ ਉੱਥੇ ਬਨਾਰਸ ਦੇ ਵਿੱਚ ਆਪਾਂ ਰਹਿ ਰਹੇ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈਗੀ ਹੈ ਉਦਾਸੀਆਂ ਸਮੇਂ ਉੱਥੇ ਬਨਾਰਸ ਜਾਂਦੇ ਨੇ। ਬਨਾਰਸ ਜਾਂਦੇ ਨੇ ਜਿਸ ਵੇਲੇ, ਕਿਉਂਕਿ ਗੁਰੂ ਨਾਨਕ ਸਾਹਿਬ ਤਕਰੀਬਨ ਆਪਣੇ ਸਮਕਾਲ ਦੇ ਹਰ ਉਸ ਮਹਾਂਪੁਰਸ਼ ਨੂੰ ਮਿਲੇ ਨੇ ਜਿਹੜਾ ਕਿ ਉਸ ਸਮੇਂ ਲੋਕਾਂ ਦੇ ਵਿੱਚ ਪ੍ਰਚਲਿਤ ਸੀਗਾ, ਲੋਕਾਂ ਵਿੱਚ ਜਿਹੜਾ ਕਿ ਪ੍ਰਸਿੱਧ ਸੀ। ਸੋ ਇਸ ਕਰਕੇ ਇਹ ਉੱਥੇ ਬਲਕਿ ਇੱਕ ਆਪਣਾ ਲੇਖ ਹੈਗਾ ਸਾਧ ਧੰਨਾ ਸਿੰਘ ਗੁਲਸ਼ਨ ਜਿਹੜੇ ਕਿ ਬਹੁਤ ਹੀ ਮੈਂਬਰ ਪਾਰਲੀਮੈਂਟ ਵੀ ਹੋਏ ਨੇ, ਵਜ਼ੀਰ ਵੀ ਰਹੇ ਨੇ, ਉਹਨਾਂ ਨੇ ਆਪਣੇ ਲੇਖ ਵਿੱਚ ਸਾਬਤ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੀਗਾ ਉੱਥੇ ਮਤਲਬ ਕਿ ਬਨਾਰਸ ਦੇ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਮਿਲੇ ਸਨ ਤੇ ਉੱਥੇ ਜਿਹੜੇ ਸਨ ਉਹਨਾਂ ਪਾਸੋਂ ਉਹਨਾਂ ਨੇ ਉਹਨਾਂ ਦੀ ਬਾਣੀ ਵੀ ਪ੍ਰਾਪਤ ਕੀਤੀ। ਜਿਹੜੀ ਬਾਣੀ ਪ੍ਰਾਪਤ ਕੀਤੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ। ਆਪਾਂ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਬਾਰੇ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਬੇਗਮਪੁਰਾ ਦਾ ਸੰਕਲਪ ਆ ਉਹ ਸਾਰਾ ਸੰਕਲਪ ਕੀ ਆ ਤੇ ਉਹਨੂੰ ਹਕੀਕਤ ਵਿੱਚ ਕਿਵੇਂ ਲਿਆਂਦਾ ਜਾਵੇ, ਇਹਦੇ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ ਖੁਦ? ਦੇਖੋ, ਮੈਂ ਸਮਝਦਾ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਤਾਂ ਮੈਨੂੰ ਜਿਹੜੀ ਉਹਨਾਂ ਦੀ ਪੰਕਤੀ ਇਹ ਹੈ ਨਾ, ਸਰਬੇ ਏਕ ਅਨੇਕਾ ਸੁਆਮੀ ਸਭ ਘਟ ਭੋਗ ਵੈਸ ਕੋਈ, ਇਹ ਬਹੁਤ ਹੀ ਇੰਪੋਰਟੈਂਟ ਲੱਗਦੀ ਹੈ ਸਮੁੱਚੀ ਸੰਸਾਰ ਦੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਪਰੋਣ ਲਈ। ਦੂਜੀ ਜਿਹੜੀ ਗੱਲ ਹੈਗੀ ਹੈ, ਜਿਹੜੀ ਤੁਸੀਂ ਬੇਗਮਪੁਰਾ ਸ਼ਬਦ ਦੀ ਗੱਲ ਕੀਤੀ ਹੈ, ਬੇਗਮਪੁਰਾ ਜਿਹੜਾ ਹੈਗਾ ਇੱਕ ਅਜਿਹਾ ਸੰਕਲਪ ਹੈ ਜੋ ਮੈਂ ਸਮਝਦਾ ਨਾ ਕਿ ਸਮਕਾਲ ਦੀ ਜਿਹੜੀ ਹੈਗੀ ਹੈ ਰਾਜਨੀਤਿਕ, ਆਰਥਿਕ ਤੇ ਸਮਾਜਿਕ ਵਿਵਸਥਾ ਦੇ ਵਾਸਤੇ ਇੱਕ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਬਲਕਿ ਅੱਜ ਦੀ ਜਿਹੜੀ ਹੈਗੀ ਆ ਸਮੁੱਚੀ ਜਿਹੜੀ ਆਰਥਿਕਤਾ ਹੈਗੀ ਹੈ, ਸਮਾਜਿਕਤਾ ਹੈਗਾ, ਰਾਜਨੀਤਿਕਤਾ ਹੈਗੀ ਹੈ, ਧਾਰਮਿਕਤਾ ਹੈਗੀ ਹੈ, ਉਹਨੂੰ ਵੀ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਸਮਰੱਥ ਹੈ। ਮਸਲਨ ਉਹ ਕਹਿੰਦੇ ਵੀ ਕਿਸੇ ਪ੍ਰਕਾਰ ਦੀ ਕੋਈ ਇਸ ਸੰਸਾਰ ਦੇ ਵਿੱਚ ਕੋਈ ਟੈਕਸ ਹੋਣਾ ਹੀ ਨਹੀਂ ਚਾਹੀਦਾ। ਜਿੱਥੇ ਮਰਜ਼ੀ ਕੋਈ ਬੰਦਾ ਜਾਣਾ ਚਾਹੇ ਉਹਨੂੰ ਮਤਲਬ ਜਿਹੜੀ ਹੈਗੀ ਹੈ ਮਾਨਵ ਸੁਤੰਤਰਤਾ ਹੋਣੀ ਚਾਹੀਦੀ ਹੈ। ਉਹਦੀ ਚੇਤਨਾ ਵਿੱਚ ਇਹ ਗਮ ਹੀ ਨਹੀਂ ਹੋਣਾ ਚਾਹੀਦਾ ਕਿ ਮੈਂ ਇੱਥੇ ਜਾ ਸਕਦਾ, ਇੱਥੇ ਨਹੀਂ ਜਾ ਸਕਦਾ। ਕਿਉਂਕਿ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਜਦੋਂ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਤਾਂ ਫਿਰ ਇਹ ਮਤਲਬ ਕਿ ਕੋਈ ਪਹਿਲਾ ਨੰਬਰ ਦਾ, ਦੂਜੇ ਨੰਬਰ ਦਾ, ਇਹ ਜਾਤ ਪਾਤ ਕਿਸ ਕੰਮ ਦੀ? ਉਹਨੂੰ ਕਿਸੇ ਕਿਸਮ ਦੀ ਕਿਉਂ ਮਤਲਬ ਜਿਹੜੀ ਪਾਬੰਦੀ ਆ? ਜੇ ਤੂੰ ਇੱਥੇ ਜਾਏਗਾ ਤੈਨੂੰ ਟੈਕਸ ਭਰਨਾ ਪਏਗਾ, ਇੰਨਾ ਲਗਾਨ ਦੇਣਾ ਪਏਗਾ, ਇੰਨਾ ਕੁਝ ਦੇਣਾ ਪਏਗਾ, ਤੈਨੂੰ ਆਹ ਜਿਹੜਾ ਹੈਗਾ ਇੱਥੇ ਕਰਮ ਕਰਨੇ ਪੈਣਗੇ, ਇਸ ਦਾ ਮਤਲਬ ਕੋਈ ਨਹੀਂਗਾ। ਸੋ ਅੱਜ ਮੈਂ ਸਮਝਦਾ ਕਿ ਸੰਸਾਰ ਭਰ ਦੇ ਵਿੱਚ ਜਿੰਨੇ ਲੜਾਈ ਝਗੜੇ ਹੋ ਰਹੇ ਨੇ ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਝਦਾ ਸਮਾਧਾਨ ਮਿਲ ਸਕਦਾ ਤਾਂ ਉਹ ਬੇਗਮਪੁਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ, ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ ਜੇ ਇਹਨੂੰ ਮਤਲਬ ਠੀਕ ਪ੍ਰਸੰਗ ਵਿੱਚ ਪਹਿਲਾਂ ਤਾਂ ਆਪ ਸਮਝੋ। ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਬ ਕਿ ਉਹਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਮੰਨਦੇ ਨਹੀਂ। ਜੇ ਅਸੀਂ ਮੰਨ ਕੇ ਚੱਲੀਏ ਨਾ ਜੋ ਗੁਰੂ ਰਵਿਦਾਸ ਮਹਾਰਾਜ ਨੇ ਇੱਕ ਬੇਗਮਪੁਰਾ ਸ਼ਬਦ ਦੇ ਵਿੱਚ ਇੱਕ ਸੰਕਲਪ ਦਿੱਤਾ, ਇੱਕ ਮਾਰਗਦਰਸ਼ਨ ਦਿੱਤਾ ਰਾਜਨੀਤਿਕ ਨੂੰ ਵੀ, ਧਾਰਮਿਕ ਨੂੰ ਵੀ ਤੇ ਆਰਥਿਕ ਵਾਲਿਆਂ ਨੂੰ ਵੀ ਤੇ ਸਮਾਜਿਕ ਵਾਲਿਆਂ ਨੂੰ ਵੀ। ਹੁਣ ਇਹ ਕਿਸੇ ਦੇ ਸਮਾਜਿਕ ਕਿਸ ਤਰ੍ਹਾਂ ਹੋਇਆ ਜੀ, ਫਲਾਣਾ ਬੰਦਾ ਜਿਹੜਾ ਫਲਾਣੀ ਜਾਤ ਨਾਲ ਸੰਬੰਧਿਤ ਹੈ ਇਹ ਤੇ ਕਾਨੂੰਨ ਆਹ ਲਾਗੂ ਹੁੰਦਾ, ਫਲਾਣਾ ਜਿਹੜਾ ਫਲਾਣੀ ਜਾਤ ਨਾਲ ਸੰਬੰਧਿਤ ਇਹ ਤੇ ਆਹ ਕਾਨੂੰਨ ਲਾਗੂ ਹੁੰਦਾ, ਜਦੋਂ ਕਿ ਦੋਨੇ ਇੱਕੋ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ। ਦੋਨਾਂ ਦਾ ਇੱਕੋ ਹੀ ਖੂਨ ਹੈ, ਦੋਨਾਂ ਖੂਨ ਲਾਲ ਹੈਗਾ, ਦੋਨਾਂ ਦੇ ਉਹੀ ਮਤਲਬ ਕਿ ਉਹਨਾਂ ਦਾ ਪੈਦਾ ਹੋਣ ਦਾ ਸਿਸਟਮ ਵੀ ਉਹੀ ਹੈਗਾ ਜਿਹੜਾ ਕਿ ਮਤਲਬ ਦੂਜੇ ਦਾ ਸਿਸਟਮ ਹੈਗਾ। ਤੇ ਫਿਰ ਇਹ ਵਖਰੇਵਾਂ ਕਿਉਂ ਹੈਗਾ? ਇਸ ਵਖਰੇਵੇਂ ਦੇ ਕਾਰਨ ਅਸੀਂ ਕਿਉਂ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਦੇ ਹੈਗੇ ਆ? ਇਸ ਲਈ ਮਤਲਬ ਕਿ ਗੁਰੂ ਰਵਿਦਾਸ ਬਾਣੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਮਾਧਾਨ ਇਹ ਕੀਤਾ ਗਿਆ ਕਿ ਜਿਹੜੇ ਸਾਰੇ ਧਰਮ ਹੈਗੇ ਆ ਇਹ ਸਾਰੇ ਧਰਮ ਇੱਕੋ ਨੇ,
ਇਹਨਾਂ 'ਚ ਕਿਸੇ ਪ੍ਰਕਾਰ ਦਾ ਕੋਈ ਦਫੇੜ ਨਹੀਂ ਕਰਨਾ ਚਾਹੀਦਾ। ਸਾਨੂੰ ਧਰਮ ਦੇ ਨਾਂ ਦੇ ਉੱਤੇ ਕਿਸੇ ਪ੍ਰਕਾਰ ਦੀਆਂ ਕੋਈ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਹੈਗੀਆਂ। ਸੋ ਇਸ ਬੇਗਮਪੁਰਾ ਦੇ ਬੇਸ ਬਣਾ ਕੇ ਜਿਸ ਵੇਲੇ ਦੇਖਦੇ ਹਾਂ ਤਾਂ ਇਹਦੇ ਵਿੱਚ ਸਾਨੂੰ ਸਭ ਤੋਂ ਵੱਡਾ ਜਿਹੜਾ ਮਾਰਗਦਰਸ਼ਨ ਮਿਲਦਾ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਧਰਮ ਵੰਡ ਨਹੀਂ ਹੋਣੀ ਚਾਹੀਦੀ, ਕਿਸੇ ਪ੍ਰਕਾਰ ਦੀ ਕੋਈ ਸ਼੍ਰੇਣੀ ਵੰਡ ਨਹੀਂ ਹੋਣੀ ਚਾਹੀਦੀ, ਕਿਸੇ ਪ੍ਰਕਾਰ ਦੀ ਕੋਈ ਵਰਗ ਵੰਡ ਨਹੀਂ ਹੋਣੀ ਚਾਹੀਦਾ ਵੀ ਆ ਉੱਚ ਹੈ ਤੇ ਆ ਨੀਚ ਹੈ, ਆ ਅਮੀਰ ਹੈ ਗਰੀਬ ਹੈ, ਤੇ ਕਿਸੇ ਪ੍ਰਕਾਰ ਦੀ ਲਿੰਗ ਭੇਦ ਵੰਡ ਵੀ ਨਹੀਂ ਹੋਣੀ ਚਾਹੀਦੀ ਹੈ ਵੀ ਆ ਔਰਤ ਹੈ ਇਹਨੂੰ ਆ ਸਹੂਲਤ ਮਿਲਣੀ ਚਾਹੀਦੀ ਹੈ, ਆ ਨਹੀਂ ਮਿਲਣੀ ਚਾਹੀਦੀ ਹੈ, ਆ ਮਰਦ ਹੈ ਮਤਲਬ ਮਰਦ ਪ੍ਰਧਾਨ ਜਿਹੜੀ ਹੈਗੀ ਹੈ ਪਰ ਸੰਸਥਾ ਹੈਗੀ ਹੈ ਉਹਦਾ ਇਹਦੇ 'ਚ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ। ਹਰ ਇਨਸਾਨ ਨੂੰ ਇੱਕੋ ਪ੍ਰਕਾਰ ਦਾ ਸਤਿਕਾਰ ਤੇ ਅਧਿਕਾਰ ਦੇਣ ਦੀ ਗੱਲ ਇਸ ਬੇਗਮਪੁਰਾ ਸੰਕਲਪ ਦੇ ਵਿੱਚ ਕੀਤੀ ਗਈ ਹੈ, ਜਿਸ ਨੂੰ ਜੇ ਮੰਨ ਲਿਆ ਜਾਵੇ ਤਾਂ ਮੈਂ ਸਮਝਦਾ ਕਿ ਸਮੁੱਚਾ ਸੰਸਾਰ ਜਿਹੜਾ ਹੈਗਾ ਉਹ ਖੁਸ਼ਹਾਲ ਬਣ ਸਕਦਾ ਹੈ ਤੇ ਕਿਸੇ ਹਰ ਪ੍ਰਕਾਰ ਦੇ ਲੜਾਈ ਝਗੜੇ ਖਤਮ ਹੋ ਸਕਦੇ ਨੇ। ਅਸੀਂ ਦੇਖਦੇ ਹਾਂ ਕਿ ਜੋ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ, ਬਹੁਤ ਸਾਰੇ ਚਿੱਤਰਕਾਰਾਂ ਨੇ ਤਸਵੀਰਾਂ ਬਣਾਈਆਂ ਨੇ, ਕੁਝ ਸਾਨੂੰ ਇੰਟਰਨੈਟ ਤੇ ਅੱਜ ਕੱਲ੍ਹ ਸਭ ਕੁਝ ਅਵੇਲੇਬਲ ਆ ਕਿ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਜਿਹੜੀ ਸਭ ਤੋਂ ਵੱਧ ਪ੍ਰਚਲਿਤ, ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੈ, ਮੱਥੇ ਤੇ ਤਿਲਕ ਹੈ, ਉਹ ਤਸਵੀਰ ਕਿੰਨੀ ਕੁ ਆਥੈਂਟਿਕ ਹੈ? ਬਿਲਕੁਲ ਜੀ, ਇਸ ਬਾਰੇ ਕੋਈ ਅਥੈਂਟਿਸਿਟੀ ਹੈ ਨਹੀਂ ਗੀ, ਕਿਉਂਕਿ ਗੁਰੂ ਰਵਿਦਾਸ ਜੀ ਮਹਾਰਾਜ ਤਾਂ ਬੁੱਤ ਪੂਜਾ ਦੇ ਬਿਲਕੁਲ ਖਿਲਾਫ ਸਨ ਜੀ। ਸੋ ਇਹ ਜਿਹੜੀਆਂ ਸਾਰੀਆਂ ਕਲਪਨਕ ਹੈਗੀਆਂ ਸ਼ਰਧਾ ਦੇ ਨਾਲ ਬਣੀਆਂ ਹੋਈਆਂ ਹੈਗੀਆਂ, ਸ਼ਰਧਾ ਮੁੱਲ ਕੇ ਸਾਰੀਆਂ ਤਸਵੀਰਾਂ ਨੇ। ਸੋ ਸ਼ਰਧਾ ਦੇ ਕੋਈ ਮੁੱਲ ਨਹੀਂ ਹੁੰਦਾ ਹੈਗਾ, ਸ਼ਰਧਾ ਨਾਲ ਜੋ ਮਰਜ਼ੀ ਮਤਲਬ ਕਿ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਕਲਪਿਤ ਕਰੇ ਉਹ ਜਿਹੜਾ ਹੈਗਾ ਸਭ ਮੈਂ ਸਮਝਦਾ ਕਿ ਆਪਣੇ ਉਹ ਸਾਰੇ ਜਿਹੜੇ ਧੰਤਾ ਦੇ ਪਾਤਰ ਨੇ ਜਿਹੜੇ ਕਿ ਉਹਨਾਂ ਨੇ ਮੰਨਦੇ। ਪਰ ਇੱਕ ਗੱਲ ਮੈਂ ਬੜੀ ਸਪਸ਼ਟ ਕਹਿਣਾ ਕਿ ਉਹਨਾਂ ਦੀ ਜਿਹੜੀ ਤਸਵੀਰ ਜਿਸ ਤਰ੍ਹਾਂ ਦਾ ਵੀ ਹੈਗੀ ਹੈ ਉਹ ਇੱਕ ਜਿਹੜਾ ਹੈ ਕਿ ਰਸਤਾ ਹੈਗਾ, ਮੰਜ਼ਿਲ ਨਹੀਂ। ਮੰਜ਼ਿਲ ਜਿਹੜੀ ਹੈਗੀ ਹੈ ਉਹਨਾਂ ਦੇ ਬਾਣੀ ਦੀ ਵਿਚਾਰਧਾਰਾ ਦੇ ਵਿੱਚ ਹੈਗੀ ਹੈ। ਜੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਮਤਲਬ ਕਿ ਨਤਮਸਤਕ ਹੋਣ ਦਾ ਕੋਈ ਲਾਭ ਨਹੀਂ ਹੈਗਾ। ਤਸਵੀਰ ਨੂੰ ਨਤਮਸਤਕ ਹੋ ਕੇ ਤੁਸੀਂ ਉਹ ਰਸਤਾ ਜਿਹੜਾ ਹੈਗਾ ਤੁਸੀਂ ਉੱਥੇ ਐਂਟਰੀ ਹੈ, ਤੁਹਾਡਾ ਦਾਖਲਾ ਹੈਗਾ, ਦਾਖਲਾ ਉੱਥੇ ਹੈਗਾ, ਪਰ ਮੰਜ਼ਿਲ ਉਸ ਤੋਂ ਅੱਗੇ ਹੈ। ਮੰਜ਼ਿਲ ਜਿਹੜੀ ਹੈਗੀ ਹੈ ਉਹ ਬਾਣੀ ਦੀ ਵਿਚਾਰਧਾਰਾ 'ਚ ਹੈਗੀ ਹੈ। ਬਾਣੀ ਦੀ ਵਿਚਾਰਧਾਰਾ ਨੂੰ ਮੰਨ ਕੇ ਹੀ ਅਸੀਂ ਜਿਹੜੇ ਹੈਗੇ ਆ ਉਸ ਦੀ ਅਥੈਂਟਿਸਿਟੀ ਬਣਾ ਸਕਦੇ ਹਾਂ, ਅਦਰਵਾਈਜ਼ ਤਾਂ ਕੋਈ ਅਥੈਂਟਿਸਿਟੀ ਨਹੀਂ। ਇਤਿਹਾਸ ਦੇ ਵਿੱਚ ਇੱਕ ਹੋਰ ਕਿਰਦਾਰ ਆਉਂਦਾ ਜੀ, ਮੀਰਾ ਬਾਈ। ਉਹਨਾਂ ਦਾ ਗੁਰੂ ਰਵਿਦਾਸ ਜੀ ਨਾਲ ਕਿਸ ਤਰੀਕੇ ਦਾ ਰਿਸ਼ਤਾ ਸੀਗਾ? ਕਿਹਾ ਜਾਂਦਾ ਕਿ ਉਹ ਬਹੁਤ ਭਗਤੀ ਕਰਦੇ ਸਨ, ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਦੇ ਸਨ। ਕਿਸ ਤਰੀਕੇ ਦਾ ਉਹਨਾਂ ਦਾ ਰਿਸ਼ਤਾ ਸੀ? ਕੀ ਕਿਰਦਾਰ ਹੈ? ਮੀਰਾ ਬਾਈ ਤੇ ਜਿਹੜੇ ਗੁਰੂ ਰਵਿਦਾਸ ਜੀ ਨੇ ਸਮਕਾਲੀ ਨੇ, ਉਹਨਾਂ ਦੀ ਆਪਸ ਵਿੱਚ ਮੁਲਾਕਾਤ ਹੋਣੀ ਕਿਸੇ ਤਰ੍ਹਾਂ ਵੀ ਅਸੰਭਵ ਨਹੀਂ, ਸੰਭਵ ਹੈ। ਹੁਣ ਮੀਰਾ ਬਾਈ ਜਿਹੜੀ ਹੈਗੀ ਆ ਉਹ ਮਤਲਬ ਕਿ ਪ੍ਰਮਾਤਮਾ ਨਾਲ ਜੁੜੀ ਹੋਈ ਹੈ, ਪਰ ਹੈ ਸਰਗਣ ਭਗਤੀ ਦੀ। ਜਿਸ ਵੇਲੇ ਉਹ ਸਰਗਣ ਭਗਤੀ ਤੋਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਪਣਾ ਆਉਂਦੀ ਹੈ ਚਰਨਾਂ ਵਿੱਚ, ਉਹਨਾਂ ਦੇ ਕੋਲ ਦਰਸ਼ਨ ਉਹਨਾਂ ਦੇ ਕਰਦੀ ਹੈਗੀ ਹੈ, ਉਹਦੇ ਨਾਲ ਉਹਨਾਂ ਦੀ ਸੱਸ ਵੀ ਹੈਗੀ ਹੈ। ਸੋ ਦੋਨੇ ਜਿਸ ਵੇਲੇ ਆਉਂਦੇ ਨੇ ਤਾਂ ਆ ਕੇ ਜਿਸ ਵੇਲੇ ਉਹਨਾਂ ਦਾ ਸਾਰਾ ਉਹ ਵਿਹਾਰ ਦੇਖਦੇ ਨੇ, ਉਹਨਾਂ ਦੀ ਸਾਰੀ ਉਹ ਜਿਹੜੀ ਭਗਤੀ ਭਾਵਨਾ ਦੇਖਦੇ ਨੇ, ਤਾਂ ਉਸ ਭਗਤੀ ਭਾਵਨਾ ਵਿੱਚ ਉਹਨਾਂ ਨੂੰ ਮਤਲਬ ਕਿ ਉਹ ਜਿਹੜੇ ਨਿਰਗੁਣ ਨਿਰਾਕਾਰ ਦੇ ਵੀ ਦਰਸ਼ਨ ਹੁੰਦੇ ਨੇ ਵੀ ਇਕੱਲੇ ਉਹ ਸਰਗਣ ਭਗਤੀ ਤੱਕ ਨਹੀਂ ਰਹਿ ਜਾਂਦੀ। ਹਾਂਜੀ, ਉਹ ਸਰਗਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਜਿਹੜੀ ਹੈਗੀ ਹੈ ਉਹਦੀ ਮੰਜ਼ਿਲ ਸ਼ੁਰੂ ਹੋ ਜਾਂਦੀ ਹੈ। ਸੋ ਮੀਰਾ ਬਾਈ ਦਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਵਿੱਚ ਦੇ ਕੋਲ ਆਉਣਾ ਹਰ ਤਰ੍ਹਾਂ ਨਾਲ ਮਤਲਬ ਕਿ ਜਿਹੜਾ ਹੈਗਾ ਅਥੈਂਟਿਕ ਹੈਗਾ, ਔਰ ਆ ਕੇ ਉਹ ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੀ ਹੈ, ਦਰਸ਼ਨ ਕਰਕੇ ਉਹਨਾਂ ਦੀ ਵਿਚਾਰਧਾਰਾ ਸੁਣਦੀ ਹੈ, ਉਹ ਵਿਚਾਰਧਾਰਾ ਤੋਂ ਨਹੀਂ ਪ੍ਰਭਾਵਿਤ ਹੁੰਦੀ ਹੈ ਕਿ ਉਹ ਵੀ ਨਿਰਗੁਣ ਨਿਰਾਕਾਰ ਦੇ ਨਾਲ ਜਿਹੜੀ ਹੈਗੀ ਹੈ ਉਹ ਪਹੁੰਚ ਜਾਂਦੀ ਹੈ, ਤੇ ਉਹ ਸਰਗੁਣ ਭਗਤੀ ਦੇ ਹੁੰਦਿਆਂ ਨਿਰਗੁਣ ਭਗਤੀ ਦਾ ਵੀ ਉਹ ਜਿਹੜੀ ਜੁੜ ਜਾਂਦੀ ਹੈ। ਵੈਸੇ ਵੀ ਜਿਹੜਾ ਹੈਗਾ ਜਿਹੜੀ ਗੁਰਬਾਣੀ ਹੈ ਉਹ ਨਿਰਗੁਣ ਤੇ ਸਰਗੁਣ ਨੂੰ ਇੱਕ ਮੰਨਦੀ ਆ, ਕਿਉਂਕਿ ਸਰਗੁਣ ਜਿਹੜਾ ਹੈਗਾ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਹੈ ਇੱਕ ਦਾਖਲੇ ਦਾ ਰਸਤਾ ਹੈ, ਅਸਲ ਮੰਜ਼ਿਲ ਜਿਹੜੀ ਹੈਗੀ ਹੈ ਉਹ ਨਿਰਗੁਣ ਨਿਰਾਕਾਰ ਤੱਕ ਪਹੁੰਚਣ ਵਾਲੀ ਹੈ। ਸੋ ਇਸ ਤਰ੍ਹਾਂ ਮਤਲਬ ਕਿ ਮੀਰਾ ਬਾਈ ਵੀ ਜਿਹੜੀ ਸੀਗੀ ਉਹ ਉੱਥੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਉਹ ਮਤਲਬ ਕਿ ਇਹੋ ਜਿਹੀ ਉੱਥੇ ਪਹੁੰਚੀ ਕਿ ਉਹਨਾਂ ਦੇ ਹੋ ਕੇ ਰਹਿ ਗਈ, ਉਹਨਾਂ ਦੀ ਮਤਲਬ ਕਿ ਉਪਮਾ ਭਗਤੀ ਵਿੱਚ ਇੰਨੀ ਲਿਵਲੀਨ ਹੋਈ ਕਿ ਉਹ ਨਿਰਗੁਣ ਨਿਰਾਕਾਰ ਤੱਕ ਵੀ ਪਹੁੰਚ ਗਈ ਸੀਗੀ। ਆਪਾਂ ਉਹਨਾਂ ਦੇ ਜੀਵਨ ਜਾਚ ਬਾਰੇ ਵੀ ਮੈਂ ਜਾਣਨਾ ਚਾਹੂੰਗਾ। ਗੁਰੂ ਰਵਿਦਾਸ ਜੀ ਨੇ ਆਪਣਾ ਜੀਵਨ ਭਗਤੀ ਕੀਤੀ ਹੈ, ਗੁਰਬਾਣੀ ਲਿਖੀ ਹੈ, ਹੋਰ ਉਹਨਾਂ ਦਾ ਜੀਵਨ ਜਾਚ ਕਿਸ ਤਰੀਕੇ ਦੀ ਸੀ? ਜਿਵੇਂ ਕਹਿੰਦਾ ਬੜੇ ਸ਼ਾਂਤ ਤੇ ਲੀਨ ਸੁਭਾਅ ਦੇ ਸਨ। ਨਹੀਂ, ਇਹ ਤਾਂ ਸਾਨੂੰ ਪਤਾ ਲੱਗਦਾ ਹੀ ਹੈ ਕਿ ਇੰਨੇ ਉਹ ਸ਼ਾਂਤ ਤੇ ਲੀਨ। ਦੇਖੋ ਮੈਨੂੰ ਤਕਰੀਬਨ ਕੋਈ ਅੱਧੀ ਸਦੀ ਤੋਂ ਉੱਪਰ ਹੋ ਗਿਆ ਗੁਰੂ ਰਵਿਦਾਸ ਬਾਣੀ ਨੂੰ ਪੜ੍ਹਦਿਆਂ ਪੜ੍ਹਾਉਂਦੇ ਨੂੰ। ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰੂ ਰਵਿਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿ ਕਿਸੇ ਦਾ ਦਿਲ ਦੁਖਾਉਣ ਵਾਲਾ ਹੋਵੇ। ਅਜਿਹਾ ਇੱਕ ਵੀ ਸ਼ਬਦ ਹੈ ਨਹੀਂ ਜਿਹਦੇ 'ਚ ਤੁਹਾਨੂੰ ਕੱਟੜਵਾਦ ਦੀ ਜਿਹੜੀ ਹੈਗੀ ਹੈ ਵਾਸ਼ਨਾ ਆਉਂਦੀ ਹੋਵੇ।
ਇੱਕ ਵੀ ਸ਼ਬਦ ਅਜਿਹਾ ਹੈ ਨਹੀਂ ਜਿਹਦੇ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ। ਬਲਕਿ ਕਮਾਲ ਦੀ ਗੱਲ ਤਾਂ ਇਹ ਨਹੀਂ, ਜਿਸ ਵੇਲੇ ਉਹ ਮਤਲਬ ਕਿ ਉਹਨਾਂ ਦੀ ਵਾਰਤਾ ਹੁੰਦੀ ਹੈ ਬ੍ਰਾਹਮਣਾਂ ਨਾਲ, ਤੇ ਉਹ ਬਲਕਿ ਇੱਥੋਂ ਤੱਕ ਉਹਨਾਂ ਦੀ ਨਿਮਰਤਾ, ਇੰਨਾ ਸ਼ਾਂਤ ਸੁਭਾਅ ਆ ਕਿ ਉਹ ਕਹਿੰਦੇ ਮੇਰੀ ਇਹਨਾਂ ਨਾਲ ਗੱਲਬਾਤ ਜਿਹੜੀ ਹੋਈ ਹੈ, ਜੋ ਇਹਨਾਂ ਨਾਲ ਵਿਚਾਰਧਾਰਾ ਹੋਈ ਹੈ, ਜੋ ਗੋਸ਼ਟੀ ਹੋਈ ਹੈ, ਇਸ ਗੋਸ਼ਟੀ ਤੋਂ ਬਾਅਦ ਅਬ ਵਿਪਰ ਪ੍ਰਧਾਨ ਤੇ ਕਰਾ ਢੰਡੌਤ। ਵਿਪਰ ਪ੍ਰਧਾਨ ਉਹ ਹੁੰਦੇ ਜਿਹੜੇ ਪੂਰੇ ਮਤਲਬ ਕਿ ਕਲਾਸੀਕਲ ਮਤਲਬ ਜਿਹੜੇ ਆਪਣੇ ਸੰਬੰਧ ਧਰਮ ਨਾਲ ਜੁੜੇ ਹੋਏ ਹੁੰਦੇ ਨੇ, ਭਾਵ ਕਿ ਤਿਲਕਧਾਰੀ ਜਿਹੜੇ ਸਨ ਉਹ। ਹੁਣ ਉਹਨਾਂ ਮਤਲਬ ਕਿ ਪੰਡਤਾਂ ਨੇ ਜਿਸ ਵੇਲੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਜਿਹੜਾ ਸੀਗਾ ਅਧਿਐਨ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਗੱਲਬਾਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਉਹਨਾਂ ਨੇ ਵੀ ਉਹਨਾਂ ਦੇ ਪੈਰਾਂ ਦੇ ਉੱਤੇ ਜਿਹੜਾ ਸੀਗਾ ਸਿਰ ਰੱਖ ਦਿੱਤਾ। ਪਰ ਇਹ ਸਥਿਤੀ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਕਿਸ ਤਰ੍ਹਾਂ ਮਤਲਬ ਕਿ ਜਿਹੜੇ ਹੈਗੇ ਆ ਉਹਨੂੰ ਪਲਟਾਉਂਦੇ ਨੇ। ਉਹ ਕਹਿੰਦੇ ਅਬ ਵਿਪਰ ਪ੍ਰਧਾਨ ਤੇ ਕਰੈ ਢੰਡੌਤ, ਕਿਉਂ? ਤੇਰੇ ਨਾਮ ਸ਼ਰਨ ਆਏ, ਤੇਰੇ ਨਾਮ ਕਰਕੇ, ਇਹ ਤੇਰੇ ਨਾਮ ਕਰਕੇ ਮੇਰੀ ਸ਼ਰਨ ਚ ਆਏ, ਤੇਰੇ ਨਾਮ ਸੁਣਾਏ ਰਵਿਦਾਸ ਦਾਸਾ। ਹੇ ਅਕਾਲ ਪੁਰਖ, ਇਹ ਸਭ ਤੇਰੇ ਨਾਮ ਦੀ ਬਖਸ਼ਿਸ਼ ਹੈਗੀ ਆ, ਮੇਰੇ 'ਚ ਕੁਛ ਨਹੀਂ, ਮੈਂ ਤਾਂ ਤੇਰਾ ਦਾਸ ਹੀ ਹਾਂ। ਤੇਰੇ ਨਾਮ ਸੁਣਾਏ ਰਵਿਦਾਸ ਦਾਸਾ। ਸੋ ਇਹ ਇੱਕ ਅਜਿਹੀ ਮਤਲਬ ਕਿ ਸਥਿਤੀ ਹੈਗੀ ਹੈ ਕਿ ਗੁਰਦਾਸ ਜੀ ਮਹਾਰਾਜ ਜਿਸ ਕਿਸੇ ਨੂੰ ਮਿਲੇ ਨੇ, ਭਾਵੇਂ ਉਹ ਮਤਲਬ ਕਿ ਜਿਹੜੀ ਝਾਲਾ ਬਾਈ ਰਾਣੀ ਸੀਗੀ, ਭਾਵੇਂ ਕੋਈ ਹੋਰ ਮਤਲਬ ਕਿ ਮਹਾਂਪੁਰਸ਼ ਹਨ, ਜਿਸ ਕਿਸੇ ਨੂੰ ਮਿਲੇ ਨੇ, ਕਿਤੇ ਵੀ ਉਹਨਾਂ ਨੇ ਆਪਣੇ ਆਪ ਦੇ ਵਿੱਚ ਹਉਮੈ ਜਿਹੜੀ ਹੈਗੀ ਹੈ ਉਹਦਾ ਪ੍ਰਗਟਾਓ ਨਹੀਂ ਕੀਤਾ। ਬਲਕਿ ਉਹਨਾਂ ਦਾ ਇੱਕ ਬੜਾ ਕਿ ਪਿਆਰਾ ਸ਼ਬਦ ਹੈਗਾ, ਜਬ ਹਮ ਹੋਤੇ ਤੇ ਤਬ ਤੂੰ ਨਹੀਂ, ਅਬ ਤੂੰ ਹੀ ਤੇ ਮੈਂ ਨਹੀਂ। ਵੀ ਜੇਕਰ ਮੇਰੇ 'ਚ ਹੰਕਾਰ ਹੈਗਾ, ਹਾਂਜੀ, ਤੇ ਜੇ ਹੰਕਾਰ ਦੀ ਕੋਈ ਮੇਰੇ ਅੰਦਰ ਚਿਣਕ ਹੈਗੀ ਹੈ ਤੇ ਫਿਰ ਤੂੰ ਵੀ ਮੇਰੇ ਨੇੜੇ ਆ ਸਕਦਾ ਹੈਗਾ। ਤੇ ਪਰ ਜਦੋਂ ਹੁਣ ਤੂੰ ਆ ਗਿਆ ਮੇਰੇ ਨੇੜੇ ਤੇ ਮੇਰੇ ਉਹ ਹਉਮੈ ਖਤਮ ਹੋ ਗਈ ਹੈ। ਮੈਂ ਇਸ ਕਰਕੇ ਤੂੰ ਮੇਰੇ ਨੇੜੇ ਆਇਆ ਕਿਉਂਕਿ ਮੇਰੇ 'ਚ ਹੰਕਾਰ ਨਹੀਂ, ਹਉਮੈ ਨਹੀਂ। ਇਸ ਕਰਕੇ ਹਉਮੈ ਦਾ ਮਤਲਬ ਕਿ ਗੁਰੂ ਰਵਿਦਾਸ ਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਖੰਡਨ ਕੀਤਾ ਗਿਆ ਕਿ ਤੁਸੀਂ ਹਉਮੈ ਛੱਡ ਕੇ ਹੀ ਜਿਹੜਾ ਹੈਗਾ ਉਹ ਹੈਗਾ ਤਾਂ ਆਪਣਾ, ਜਿਸ ਲਈ ਉਹਨਾਂ ਦਾ ਇੱਕ ਹੋਰ ਬੜਾ ਪਿਆਰਾ ਸ਼ਬਦ ਹੈਗਾ, ਜੋ ਤੁਮ ਗਿਰਮਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਤੇ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ। ਸੋ ਇਸ ਕਰਕੇ ਉਹਨਾਂ ਦੀ ਨਿਮਰਤਾ ਦਾ ਇਹ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਉੱਤਮ ਇੱਕ ਜਿਹੜਾ ਹੈਗਾ ਇੱਕ ਪ੍ਰਮਾਣ ਹੈ। ਤੇ ਇੱਥੋਂ ਤੱਕ ਉਹ ਤਾਂ ਕਹਿੰਦੇ ਕਮਾਲ ਦੀ ਗੱਲ ਤਾਂ ਹੈ ਕਿ ਉਹ ਪਰਮਾਤਮਾ ਨਾਲ ਉਹਨਾਂ ਦਾ ਸੰਬੰਧ ਇੰਨਾ ਪਿਆਰਾ ਹੈ ਕਿ ਉਹ ਕਹਿੰਦੇ ਹੈ ਅਕਾਲ ਪੁਰਖ ਮੈਨੂੰ ਦੱਸ, ਇਹ ਦੁਨੀਆ ਜਿਹੜੀ ਹੈਗੀ ਹੈ, ਜਿਹੜੀ ਆਪਾਂ ਬੇਗਮਪੁਰੇ ਦੀ ਗੱਲ ਕੀਤੀ ਹੈ ਵੀ ਵੰਡਾਂ ਵਿੱਚ ਪਈ ਹੋਈ ਹੈ, ਪਰ ਤੇਰੇ ਮੇਰੇ ਵਿੱਚ ਕੀ ਫਰਕ ਹੈ? ਤੋ ਹੀ ਮੋਹੀ, ਮੋਹੀ ਤੋ ਹੀ, ਅੰਤਰ ਕੈਸਾ? ਕਨਕ ਕਟਕ ਜਲਤੰਗ ਜੈਸਾ। ਇੰਨੀ ਕੀ ਗੱਲ ਹੀ ਹੈ ਨਾ। ਇਹ ਸੋਨੇ ਦੀ ਮੁੰਦਰੀ ਹੈ ਪਰ ਇਹ ਬੇਸ ਕੀ ਹੈ? ਸੋਨਾ। ਇਹ ਕੜਾ, ਇਹਦਾ ਨਾਂ ਕੜਾ ਹੈ ਪਰ ਬਣਿਆ ਕਾਹਤੋਂ ਹੈ? ਸੋਨੇ ਤੋਂ। ਇਹ ਵਾਲੀਆਂ ਨੇ, ਨਾ ਇਹਨਾਂ ਦਾ ਵਾਲੀਆਂ ਪਰ ਬਣੇ ਕਾਹਤੋਂ ਨੇ? ਬੇਸ ਸਾਰਿਆਂ ਦਾ ਜਿਹੜਾ ਹੈਗਾ ਜਿੰਨੇ ਗਹਿਣੇ ਨੇ ਉਹ ਤਾਂ ਸੋਨਾ ਹੀ ਹੈ ਨਾ। ਸੋ ਇਸ ਕਰਕੇ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਜੀਵ ਨੇ ਉਹਦਾ ਸਾਰਾ ਬੇਸ ਤਾਂ ਤੂੰ ਹੀ ਹੈ ਨਾ, ਇੱਥੋਂ ਹੀ ਆਏ ਨੇ। ਇੰਨਾ ਕੀ ਫਰਕ ਹੈ? ਜਲ ਤਰੰਗ ਜੈਸਾ, ਵੀ ਉਹਦਾ ਨਾਂ ਜਲ ਤਰੰਗ ਹੈ ਤੇ ਉਹ ਹੈਗਾ ਆਪਣਾ ਉਸ ਤਰ੍ਹਾਂ ਹੀ ਫਰਕ ਹੈ ਜਿਵੇਂ ਸਮੁੰਦਰ ਦਾ। ਪਰ ਇੱਕ ਗੱਲ ਸੁਣ, ਤੇਰੇ ਮੇਰੇ 'ਚ ਮੈਂ ਸਮਝਦਾ ਫਰਕ ਹੈਗਾ। ਫਰਕ ਕਿੰਨਾ ਹੈ? ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਉ ਨਾਮ ਕੈਸੇ ਹੁੰਤਾ। ਮੇਰਾ ਨਾਮ ਪਤਤ ਪਾਉ ਨਹੀਂ, ਤੇਰਾ ਨਾਮ ਪਤਤ ਪਾਉਣਾ ਹੈ। ਜੇ ਅਸੀਂ ਲੋਕੀ ਮਾੜੇ ਮੋਟੇ ਮਤਲਬ ਕਿ ਮਾੜੇ ਕਰਮ ਨਾ ਕਰ ਸਕਦੇ ਹੋਏ, ਭੁੱਲ ਭੁਲੇਖੇ ਕੋਈ ਅਸੀਂ ਜਿਹੜੇ ਹੈਗੇ ਆਮ ਸੰਸਾਰੀ ਲੋਕੀ ਤੈਨੂੰ ਛੱਡ ਕੇ, ਹਾਂਜੀ, ਬਾਕੀ ਸੰਸਾਰੀ ਕਾਰੋਬਾਰ ਨਾ ਕਰਦੇ ਹੁੰਦੇ ਤਾਂ ਫਿਰ ਅਸੀਂ ਪਤਤ ਪਾਉਣਾ ਹੋ ਜਾਂਦੇ। ਪਰ ਅਸੀਂ ਪਤਤ ਪਾਉਣ ਨਹੀਂ, ਪਤਤ ਪਾਉਣ ਕੇਵਲ ਤੂੰ ਹੀ ਆ। ਸੋ ਮੈਂ ਬਲਕਿ ਇਹ ਕਹਿਣਾ ਹੁੰਦਾ ਕਿ ਅਸੀਂ ਪਰਮਾਤਮਾ ਵਰਗੇ ਨਹੀਂ, ਪਰਮਾਤਮਾ ਦੇ ਸੇਵਕ ਤਾਂ ਹੋ ਸਕਦੇ ਹਾਂ ਪਰ ਪਰਮਾਤਮਾ ਵਰਗੇ ਨਹੀਂ ਹੋ ਸਕਦੇ, ਉਹਦੇ ਵਰਗੇ ਨਹੀਂ ਬਣ ਸਕਦੇ ਹੈਗੇ। ਸੋ ਇਹ ਗੁਰੂ ਰਵਿਦਾਸ ਜੀ ਦੀ ਮੈਂ ਸਮਝਦਾ ਨਿਮਰਤਾ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਮਿਸਾਲ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਵੀ ਉੱਚਾ ਨਹੀਂ ਦਿਖਾਇਆ, ਤੇ ਬਲਕਿ ਇੱਥੋਂ ਕਿ ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਹਾਂਜੀ, ਇਸ ਤਰ੍ਹਾਂ ਦਾ ਮਤਲਬ ਕਿ ਉਹਨਾਂ ਦਾ ਜਿਹੜਾ ਨਿਮਰਤਾ ਦਾ ਸੁਭਾਅ ਹੈਗਾ, ਉਹ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਗਰੀਬ ਤੇ ਮਾੜਾ ਕਹਿ ਕੇ
ਆਪਣੇ ਆਪ ਜਿਹੜੀ ਹੈਗੀ ਆ ਉਹ ਨਿਮਰਤਾ ਦਾ ਜਿਹੜਾ ਪ੍ਰਗਟਾਵਾ ਕਰਦੇ ਨੇ ਤੇ ਹੰਕਾਰ ਨੂੰ ਨੇੜੇ ਨਹੀਂ ਆਉਣ ਦਿੰਦੇ ਹੈਗੇ। ਆਪਾਂ ਗੱਲਬਾਤ ਦੇ ਅਖੀਰ ਵਿੱਚ ਮੈਂ ਇਹੀ ਪੁੱਛਣਾ ਚਾਹੂੰਗਾ, ਗੁਰੂ ਰਵਿਦਾਸ ਜੀ ਦਾ ਅੰਤਲਾ ਸਮਾਂ ਕਿਸ ਤਰੀਕੇ ਦਾ ਸੀਗਾ? ਉਹ ਕਿਵੇਂ ਜੁਗਤ ਜੋਤ ਸਮਾਉਂਦੇ ਨੇ? ਦੇਖੋ, ਅੰਤਲੇ ਸਮੇਂ ਬਾਰੇ ਮਤਲਬ ਜਿਹੜੇ ਸਾਨੂੰ ਜੋ ਕੁਝ ਮਿਲਦਾ ਹੈਗਾ, ਇਹ ਕੁਝ ਬੰਦਿਆਂ ਦਾ ਇਹ ਖਿਆਲ ਹੈ ਕਿ ਉਹ ਉਹਨਾਂ ਦੇ ਚਿਤੌੜਗੜ੍ਹ ਦੇ ਵਿੱਚ ਉਹਨਾਂ ਦੀ ਜਿਹੜੀ ਸੀਗੀ, ਹਾਂਜੀ, ਉਹਨਾਂ ਦੇ ਸਵਾਸ ਤੇ ਆ ਗਏ। ਪਰ ਮੈਂ ਉੱਥੇ ਪਰਸਨਲੀ ਜਾ ਕੇ ਦੇਖਿਆ, ਸਾਰੀਆਂ ਉੱਥੇ ਜਿੰਨੀਆਂ ਸਮਾਧਾਂ ਨੇ ਸਾਰੀਆਂ ਇਕੱਲੀਆਂ ਦੇਖੀਆਂ, ਹਰ ਸਮਾਧ ਉੱਤੇ ਨਾਂ ਲਿਖਿਆ ਹੋਇਆ, ਪਰ ਉੱਥੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਕਿਸੇ ਸਮਾਧ ਤੇ ਨਾਂ ਨਹੀਂ ਲਿਖਿਆ ਹੋਇਆ। ਸੋ ਗੁਰੂ ਰਵਿਦਾਸ ਜੀ ਮਹਾਰਾਜ ਜਿਹੜੇ ਹੈਗੇ ਆ, ਇਹ ਆਮ ਤੌਰ ਤੇ ਗਿਣਿਆ ਜਾਂਦਾ ਜੋ ਹੈਗਾ 151 ਸਾਲ ਦੀ ਉਹਨਾਂ ਦੀ ਆਯੂ ਸੀਗੀ, ਤੇ ਉਹ ਗੁਰੂ ਰਵਿਦਾਸ ਜੀ ਮਹਾਰਾਜ ਬਨਾਰਸ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਸੀਗਾ ਅਕਾਲ ਚਲਾਣਾ ਕੀਤਾ ਸੀ। ਕਈ ਲੋਕੀ ਕਹਿੰਦੇ ਨੇ ਇਟ ਇਜ਼ ਨਾਟ ਪੋਸੀਬਲ ਕਿ ਉਹ 151 ਸਾਲ ਦੇ ਹੋਣ, ਪਰ ਸਾਡੇ ਸਾਹਮਣੇ ਇੱਕ ਪ੍ਰਤੱਖ ਮਿਸਾਲ ਹੈਗੀ ਹੈ। ਇਹ ਜਿਹੜੇ ਸਨ ਆਪਣਾ ਇੱਥੇ ਕੁਰਾਲੀ ਦੇ ਕੋਲ ਜਿਹੜੇ ਆਪਣਾ ਸੰਤ ਮਹਾਂਪੁਰਸ਼ ਨੇ ਹੁਣੇ ਕੁਝ ਸਾਲ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋਇਆ। ਉਹ 150 ਸਾਲ ਦੇ ਹੋ ਕੇ ਮਤਲਬ ਕਿ ਉਹਨਾਂ ਦੇ ਦੇਹਾਂਤ ਹੋਇਆ। ਜੇ ਅੱਜ ਦੇ ਯੁੱਗ ਦੇ ਵਿੱਚ ਇੱਕ ਜਿਹੜਾ ਮਹਾਂਪੁਰਸ਼ 150 ਸਾਲ ਜੀਵਤ ਰਹਿ ਸਕਦਾ ਹੈ, ਤੇ ਉਸ ਸਮੇਂ ਦੇ ਵਿੱਚ ਜਦੋਂ ਕਿ ਲੋਕਾਂ ਦੀ ਜੀਵਨ ਸ਼ੈਲੀ ਬੜੀ ਸਾਤਵਿਕ ਸੀਗੀ, ਤਾਂ 151 ਸਾਲ ਦੀ ਆਯੂ ਭੁਗਤਣੀ ਕੋਈ ਔਖੀ ਨਹੀਂ, ਬਿਲਕੁਲ ਇਹ ਆਸਾਨ ਹੈ, ਬਿਲਕੁਲ ਪੋਸੀਬਲ ਹੈਗੀ ਹੈ। ਸੋ ਗੁਰੂ ਰਵਿਦਾਸ ਜੀ ਮਹਾਰਾਜ ਦਾ ਅੰਤਲਾ ਸਮਾਂ ਜਿਹੜਾ ਸੀਗਾ 151 ਸਾਲ ਦੀ ਆਯੂ ਭੁਗਤਦਿਆਂ ਹੋਇਆਂ ਬਨਾਰਸ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਉਹ ਪੂਰਾ ਹੋਇਆ ਸੀ। ਕੋਈ ਜਗ੍ਹਾ ਮਿਲਦੀ ਆਪਾਂ ਨੂੰ ਬਨਾਰਸ ਦੇ ਵਿੱਚ ਜਿੱਥੇ ਉਹਨਾਂ ਦੀ ਕੋਈ ਸਮਾਧ ਮਿਲਦੀ ਹੋਵੇ? ਨਹੀਂ, ਉੱਥੇ ਸ਼ੀਰ ਗੋਵਰਧਨਪੁਰੀ ਮਤਲਬ ਜਿਹੜਾ ਹੈਗਾ ਮੰਨਿਆ ਜਾਂਦਾ। ਅੱਛਾ, ਜਿਹੜਾ ਉਹਨਾਂ ਦਾ ਜਨਮ ਸਥਾਨ ਆ ਉਹੀ ਜਗ੍ਹਾ? ਹਾਂਜੀ ਹਾਂਜੀ ਜੀ, ਬਹੁਤ ਬਹੁਤ ਧੰਨਵਾਦ। ਸੋ ਆਪਾਂ ਗੱਲਬਾਤ ਕੀਤੀ ਆ ਗੁਰੂ ਰਵਿਦਾਸ ਜੀ ਬਾਰੇ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਨੇ, ਕੋਈ ਸੁਝਾਅ ਹੈ, ਕੋਈ ਰਾਏ, ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ। ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੀ। ਦੇਖਦੇ ਰਹੋ ਦੁਨੀਆ।